आत्म समर्पण करना पैंदा, मैं करूँगा, सब तो पहला मैं करूँगा। घर घर ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਚੰਨੀ ਸਾਹਿਬ ਨੇ ਮਸਲਾ ਨਹੀਂ ਹੱਲ ਕਰਿਆ। 36,000 ਨੌਕਰੀਆਂ ਦਿੱਤੀਆਂ, ਸਵਾਲ ਆ ਰਿਹਾ ਤਾਂ ਕੁਛ ਨਹੀਂ ਹੈ। ਜਦੋਂ ਤੁਹਾਨੂੰ ਕੋਈ ਲੋਲੀਪੌਪ ਦਿੱਤਾ ਜਾਂਦਾ ਤੁਸੀਂ ਉਹਨੂੰ ਚੂਸਦੇ ਰਹਿੰਦੇ ਹੋ, ਬਾਅਦ ਚ ਆਈ ਵੀ ਨਹੀਂ ਪਤਾ ਲੱਗਦਾ ਰਾਤੇ ਰਾਤ ਸੰਘਰਸ਼ ਚੱਕਿਆ ਗਿਆ। ਕਾਲੇ ਵੜਿੰਗ ਨੇ ਬਣਵਾਇਆ ਟਾਈਮ ਟੇਬਲ, ਉਹ ਕਿਹੜਾ ਫਿਰ ਚੱਲ ਗਿਆ? ਚੱਲਿਆ ਨਹੀਂ, ਉਹ ਚੱਲਿਆ ਨਹੀਂ, ਬਿਲਕੁਲ ਨਹੀਂ ਚੱਲਿਆ, 2 ਦਿਨ ਵੀ ਨਹੀਂ ਚੱਲਿਆ। ਦਾਵਾ ਫੋਕਾ ਉਹਨਾਂ ਦਾ, ਦਾਵਾ ਫੋਕਾ ਨਿਕਲਿਆ। ਸਾਡੇ ਵਿੱਚ 2004 ਦੀ ਭਰਤੀ ਦੇ ਵੀ ਹੈ ਡਰਾਈਵਰ ਕਨੈਕਟਰ, ਜਿਨ੍ਹਾਂ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ। ਜਦੋਂ ਤੁਸੀਂ ਧਰਨੇ ਦੇ ਵਿੱਚ ਬਹਿੰਦੇ ਹੋ, ਹਾਂਜੀ, ਜਿਹੜੇ ਆ ਮੁੱਛ-ਫੁੱਟ ਗੱਭਰੂ ਮੇਰੇ ਸਾਹਮਣੇ ਬੈਠੇ ਨੇ, ਇਹਨਾਂ ਨੂੰ ਦੱਸ ਦਿਓ ਵੀ ਸਾਰੇ ਨਹੀਂ ਪੱਕੇ ਹੁੰਦੇ। ਸੁਖਬੀਰ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਦੇ ਆ ਵੀ ਜਿਹੜੀ ਤੁਸੀਂ 2016 ਐਕਟ ਬਣਾ ਕੇ ਗਏ ਸੀ, ਉਹ ਤੁਹਾਡੀ ਮਿਲੀ ਭੁਗਤ ਨਾਲ ਤਾਂ ਨਹੀਂ ਕਿਤੇ ਬਣਿਆ? ਤੁਸੀਂ ਬਣਾ ਕੇ ਗਏ, ਕੈਪਟਨ ਸਾਹਿਬ ਨੇ ਆਉਣ ਸਾਰੀ ਰੱਦ ਕਰਤਾ। ਸਰਦੇ ਹੋਈਏ ਘਰਾਂ ਤੋਂ, ਫਿਰ ਆਪਦੇ ਘਰੇ ਬਈਏ, ਅਸੀਂ ਜ਼ਮੀਨ ਵਾਹ ਲਈਏ ਜੇ ਸਾਡੇ ਕੋਲ ਜ਼ਮੀਨ ਜਾਇਦਾਦ ਹੋਵੇ। ਸਾਡਾ ਰੁਜ਼ਗਾਰ ਹੀ ਇਹ ਆ, ਇਹ ਸਾਡਾ ਮਾਂ, ਇਹ ਸਾਡਾ ਪਿਓ, ਸਾਡਾ ਸਾਰਾ ਕੁਝ ਇਹ ਹੈ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਸੰਤ ਰਾਮ ਉਦਾਸੀ ਨੇ ਕਿਹਾ ਸੀ, ਮਗਦਾ ਰਹੀ ਵੇ ਸੂਰਜਾ ਕੰਮਿਆਂ ਦੇ ਵਿਹੜੇ। ਪਰ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਹਾਂ, ਕਿਤੇ ਠੇਕਾ ਮੁਲਾਜ਼ਮ ਨੇ ਜਿਹੜੇ ਪੱਕੇ ਹੋਣ ਨੂੰ ਤਰਸ ਰਹੇ ਨੇ, ਕਿਤੇ ਪੜ੍ਹਿਆ ਲਿਖਿਆ ਵਰਗ ਆ ਜਿਹੜਾ ਨੌਕਰੀਆਂ ਨੂੰ ਤਰਸ ਰਿਹਾ ਹੈਗਾ। ਇੱਥੇ ਮਾਸਟਰਸ ਵਾਲੇ ਵੀ ਫਿਰਦੇ ਨੇ, ਬੈਚਲਰ ਵਾਲੇ ਵੀ ਫਿਰਦੇ ਨੇ, ਬੜਾ ਕੁਛ ਆ ਪੰਜਾਬ ਦਾ। ਪਰ ਪੰਜਾਬ ਦੀ ਜਿਹੜੀ ਜਵਾਨੀ ਆ ਉਹ ਬਾਹਰਲੇ ਮੁਲਕਾਂ ਨੂੰ ਵੀ ਜਾ ਰਹੀ ਆ। ਬੜੀਆਂ ਗੱਲਾਂ ਗੀਆਂ, ਬੜੇ ਮੁੱਦੇ ਨੇ। ਪਰ ਜੇ ਅਸੀਂ ਵੋਟਾਂ ਦੀ ਗੱਲ ਕਰਦੇ ਹਾਂ, ਪੰਜਾਬ ਵਿਧਾਨ ਸਭਾ ਇਲੈਕਸ਼ਨ 2022 ਦੀ ਗੱਲ ਹੁੰਦੀ ਆ, ਲੀਡਰ ਵਾਅਦੇ ਕਰਦੇ ਨੇ, ਲੀਡਰ ਤੁਹਾਡੇ ਘਰਾਂ ਤੱਕ ਆਉਂਦੇ ਨੇ, ਤੁਹਾਡੇ ਚੁੱਲ੍ਹਿਆਂ ਤੱਕ ਆਉਂਦੇ ਨੇ, ਚੁੱਲ੍ਹਿਆਂ ਦੇ ਉੱਤੇ ਬੈਠ ਕੇ ਰੋਟੀ ਵੀ ਖਾਧੀ ਜਾਂਦੀ ਆ, ਢੋਂਗ ਵੀ ਕਰੇ ਜਾਂਦੇ ਨੇ। ਪਰ ਕੀ ਉਹ ਵਾਅਦੇ ਪੂਰੇ ਹੁੰਦੇ ਨੇ? ਜੇ ਅਸੀਂ ਅੱਜ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਮੁੱਖ ਮੰਤਰੀ ਵੀ ਬਦਲੇ ਗਏ, ਵੱਡੇ ਵੱਡੇ ਫਲੈਕਸ ਵੀ ਲੱਗੇ ਨੇ ਪੰਜਾਬ ਦੇ ਵਿੱਚ, ਪਰ ਕੀ ਉਹ ਵਾਕਿਆ ਦੇ ਵਿੱਚ ਵਾਅਦੇ ਪੂਰੇ ਕੀਤੇ ਗਏ? ਅੱਜ ਅਸੀਂ ਬਠਿੰਡਾ ਦੇ ਬੱਸ ਸਟੈਂਡ ਵਿੱਚ ਮੌਜੂਦ ਹਾਂ, ਜਿੱਥੇ ਸਾਡੇ ਨਾਲ ਜਿਹੜੇ ਕੱਚੇ ਮੁਲਾਜ਼ਮ ਨੇ ਜਾਂ ਕੱਚੇ ਕਾਮੇ ਨੇ ਸਰਕਾਰੀ ਬੱਸਾਂ ਦੇ, ਉਹ ਵੀ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਦੇ ਇੱਕ ਨੁਮਾਇੰਦੇ ਗੁਰਵਿੰਦਰ ਸਿੰਘ ਸਾਡੇ ਨਾਲ ਹੋਣਗੇ, ਉਹਨਾਂ ਤੋਂ ਨਬਜ਼ ਫੜਨ ਦੀ ਕੋਸ਼ਿਸ਼ ਕਰਾਂਗੇ। ਪੰਜਾਬ ਦੇ ਹਾਲਾਤ ਇਦਾਂ ਦੇ ਕਿਉਂ ਨੇ, ਇਹ ਕਿਉਂ ਨਹੀਂ ਪੱਕੇ ਹੋ ਸਕੇ? ਇਹਨਾਂ ਦੇ ਸੰਘਰਸ਼ਾਂ ਦੇ ਵਿੱਚ ਘਾਟ ਰਹੇਗੀ, ਸਰਕਾਰ ਦੀਆਂ ਪਾਲਿਸੀਆਂ ਦੇ ਵਿੱਚ ਘਾਟ ਰਹੇਗੀ, ਗੱਲ ਕਿੱਥੇ ਅੜੀ ਹੋਈ ਆ? ਗੁਰਵਿੰਦਰ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੁਰਵਿੰਦਰ ਜੀ, ਤੁਹਾਨੂੰ ਕੀ ਲੱਗਦਾ, ਇੰਨੇ ਸਾਲ ਹੋ ਗਏ ਤੁਹਾਨੂੰ ਨੌਕਰੀ ਕਰਦਿਆਂ ਨੂੰ, ਤੁਹਾਡੇ ਵਰਗੇ ਕਿੰਨੇ ਲੋਕ ਸਾਡੇ ਆਲੇ ਦੁਆਲੇ ਬੈਠੇ ਨੇ, ਇੰਨੇ ਸਾਲ ਹੋ ਗਏ, ਘਾਟ ਕਿਹਦੇ 'ਚ ਆ, ਤੁਹਾਡੇ 'ਚ ਕਿ ਸਰਕਾਰ 'ਚ? ਸਾਡੇ 'ਚ ਨਹੀਂ ਜੀ। ਦੇਖੋ, ਮੈਂ ਹੁਣ ਤੱਕ ਇਹੀ ਘਾਟ ਵੇਖਣ ਨੂੰ ਮਿਲੀ ਆ ਵੀ ਸਾਡੇ ਵਰਕਰ 'ਚ ਕੋਈ ਘਾਟ ਨਹੀਂ ਗਈ, ਕੋਈ ਮਿਹਨਤ ਕਰਨੀ ਹੋਣੀ, ਕੋਈ ਕਿਸੇ ਕਰਨੀ ਹੋਣੀ। ਇਹ ਜੋ ਸਰਕਾਰਾਂ ਨਾ, ਇਹ ਸਰਕਾਰਾਂ ਦੇ ਵਿੱਚ ਹੀ ਘਾਟ ਰਹੀ ਹੈ ਹੁਣ ਤੱਕ। ਸਾਨੂੰ ਲਾਰੇ ਲਾਏ ਜਾਂਦੇ ਆ। ਮੈਂ 2008 ਦੀ ਭਰਤੀ ਆ, ਸਾਡੇ ਵਿੱਚ 2004 ਦੀ ਭਰਤੀ ਦੇ ਵੀ ਹੈ ਡਰਾਈਵਰ ਕਨੈਕਟਰ, ਜਿਨ੍ਹਾਂ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ। ਵਾਰ-ਵਾਰ ਸੰਘਰਸ਼ ਕਰਦੇ ਆ, ਸਾਨੂੰ ਲਾਰੇ ਲਾਏ ਜਾਂਦੇ ਆ ਵੀ ਇਸ ਕੈਬਨਿਟ 'ਚ ਤੁਹਾਨੂੰ ਪੱਕਾ ਕਰਾਂਗੇ, ਦੂਜੀ ਕੈਬਨਿਟ 'ਚ ਪੱਕਾ ਕਰਾਂਗੇ। ਸਵਾਲ ਆ ਰਿਹਾ ਤਾਂ ਸਾਨੂੰ ਕੁਝ ਨਹੀਂ ਮਿਲਿਆ। ਕਿੰਨੇ ਸਾਲ ਹੋ ਗਏ ਸੰਘਰਸ਼ ਕਰਦਿਆਂ ਨੂੰ? ਸੰਘਰਸ਼ 2008 ਤੋਂ ਮੇਰੀ ਭਰਤੀ ਆ, 8 ਤੋਂ 9 ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਆ। 7 ਤੋਂ 12 ਤੱਕ ਬਾਦਲਾਂ ਦੀ ਸਰਕਾਰ ਰਹੀ, ਉਦੋਂ ਬਾਅਦ ਵੀ 10 ਸਾਲ ਉਹਨਾਂ ਦੀ ਸਰਕਾਰ ਰਹੀ ਆ। ਉਹ ਵੀ ਸਰਕਾਰ 2016 ਇੱਕ ਐਕਟ ਲੈ ਕੇ ਆਏ ਸੀ, ਉਹਦੇ ਵਿੱਚ ਸਾਨੂੰ ਲਾਰਾ ਲਾਇਆ ਸੀ। 3 ਸਾਲ ਦੀ ਪਾਲਿਸੀ ਬਣਾਈ ਆ। 3 ਸਾਲ ਬਾਅਦ ਜਿਹੜੇ 3 ਸਾਲ ਬਾਅਦ ਆ ਉਹ ਬੰਦੇ ਪੱਕੇ ਕੀਤੇ ਜਾਣਗੇ। ਜਿਨ੍ਹਾਂ ਨੂੰ 3 ਸਾਲ ਹੋ ਜਾ ਕਰਨਗੇ ਉਹ ਮਹਿਕਮੇ ਦੇ ਕੰਟਰੈਕਟ ਸਿੱਧੇ ਕੀਤੇ ਜਾਣਗੇ। ਜਿਹਦੇ ਵਿੱਚ ਜਦੋਂ ਕੈਪਟਨ ਸਰਕਾਰ ਆਈ ਆ, 2016 ਐਕਟ ਰੱਦ ਕਰਕੇ ਉਹਨਾਂ ਨੇ ਨਵਾਂ ਐਕਟ ਲਿਆਂਦਾ ਕੋਈ ਆਪਦਾ, ਜਿਹਦੇ ਵਿੱਚ 10 ਸਾਲ ਵਾਲੇ ਬੰਦੇ ਪੱਕੇ ਹੋਣਗੇ। ਹੁਣੇ ਕਹਿ ਰਹੇ 10 ਸਾਲ ਵਾਲੇ ਪੱਕੇ ਹੋਣਗੇ, ਉਹ ਐਕਟ ਹੀ ਰੱਦ ਕਰਤਾ। ਇਹ ਸਾਰੀਆਂ ਸਰਕਾਰਾਂ ਦੀਆਂ ਨੀਤੀਆਂ ਨੇ। ਇੱਕ ਸਰਕਾਰ ਬਣਾ ਕੇ ਜਾਂਦੀ, ਦੂਜੀ ਢਾਹ ਜਾਂਦੀ ਆ। ਮੈਨੂੰ ਇੱਕ ਗੱਲ ਦੱਸੋ ਬਾਈ ਜੀ, ਜਦੋਂ ਤੁਹਾਨੂੰ ਕੋਈ ਲੋਲੀਪੌਪ ਦਿੱਤਾ ਜਾਂਦਾ ਤੁਸੀਂ ਉਹਨੂੰ ਚੂਸਦੇ ਰਹਿੰਦੇ ਹੋ, ਬਾਅਦ ਚ ਆਈ ਵੀ ਨਹੀਂ ਪਤਾ ਲੱਗਦਾ ਰਾਤੇ ਰਾਤ ਸੰਘਰਸ਼ ਚੱਕਿਆ ਗਿਆ, ਮੁੱਦਾ ਖਤਮ ਹੋ ਗਿਆ, ਇਹ ਵੀ ਹੋ ਜਾਂਦਾ, ਤੁਹਾਡੇ ਵਾਲੇ ਪਾਸੋਂ ਵੀ ਢਿੱਲ ਰਹਿੰਦੀ ਆ? ਨਹੀਂ ਜੀ, ਸਾਡੇ ਵੱਲੋਂ ਕੋਈ ਢਿੱਲ ਨਹੀਂ ਗਈ। ਪਹਿਲਾਂ ਸਾਡਾ ਸੰਘਰਸ਼ ਸੀ ਜਿਹੜਾ ਹੁਣ ਉਹ ਚੁਕਾਇਆ ਸੀ ਇਹਨਾਂ ਨੇ। ਉਹ ਕਹਿੰਦੇ ਸੀ ਵੀ ਤੁਹਾਡੇ ਤਨਖਾਹ ਦੇ ਵਿੱਚ ਵਾਧਾ ਕੀਤਾ ਜੀ। ਸਾਨੂੰ ਉਦੋਂ ਇਹ ਵਿਸ਼ਵਾਸ ਦਿੱਤਾ ਗਿਆ ਵੀ ਤੁਹਾਡੀ ਜਿਹੜੀ ਆ ਮੰਗ ਆ ਪੱਕਿਆਂ ਵਾਲੀ, ਇਹ ਅਸੀਂ ਪਹਿਲ ਦੇ ਆਧਾਰ ਤੇ ਕੈਬਨਿਟ ਦੇ ਵਿੱਚ ਲੈ ਕੇ ਜਾਵਾਂਗੇ, ਕੈਬਨਿਟ ਦੇ ਵਿੱਚ ਮੋਹਰ ਲਾਵਾਂਗੇ। ਸੋ ਅੱਜ ਤੱਕ ਇਹਨਾਂ ਨੇ ਸਵਾਲ ਲਾ ਰਿਹਾ, ਸਾਨੂੰ ਕੁਝ ਨਹੀਂ ਦਿੱਤਾ। ਤੁਹਾਨੂੰ ਕੀ ਲੱਗਦਾ ਜਿਹੜੇ ਵੱਡੇ ਵੱਡੇ ਬੋਰਡ ਲੱਗੇ ਆ, ਇਹ ਬੋਰਡ ਇੱਥੋਂ ਤੱਕ ਲੱਗ ਗਏ ਵੀ ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਚੰਨੀ ਸਾਹਿਬ ਨੇ ਮਸਲਾ ਨਹੀਂ ਹੱਲ ਕਰਿਆ? ਨਹੀਂ ਜੀ, ਸਵਾਲ ਆ ਰਿਹਾ ਤਾਂ ਕੁਝ ਨਹੀਂ।
ਜ਼ਮੀਨੀ ਪੱਧਰ ਤੇ ਦੇਖਿਆ ਜਾਵੇ ਨਾ ਕੁਝ ਵੀ ਨਹੀਂ ਗਏ 36000 ਮੁਲਾਜ਼ਮਾਂ ਨੂੰ ਜਿਹੜਾ 36000 ਨੌਕਰੀਆਂ ਦਾ ਗੱਲ ਕਰੇ ਵੀ 36000 ਨੌਕਰੀਆਂ ਦਿੱਤੀਆਂ ਸਵਾਲ ਆ ਰਿਹਾ ਤੋਂ ਕੁਝ ਨਹੀਂ ਗਏ ਕੱਲੇ ਫਲੈਕਸ ਬੋਰਡਾਂ ਤੇ ਲਿਖਿਆ ਗਿਆ ਇਹ ਜ਼ਮੀਨੀ ਪੱਧਰ ਤੇ ਬਹੁਤ ਜ਼ਿਆਦਾ ਫਰਕ ਆ। ਸਰਕਾਰ ਨਾਲ ਕੋਈ ਮੀਟਿੰਗ ਹੋਈ ਤੁਹਾਡੀ ਸਾਡੀਆਂ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਰਹਿੰਦੀ ਆ ਸਵਾਲ ਆ ਰਿਹਾ ਤਾਂ ਕੁਝ ਨਹੀਂ। ਟਰਾਂਸਪੋਰਟ ਮੰਤਰੀ ਬਾਰੇ ਕੀ ਕਹਿਣਾ ਚਾਹੋਗੇ? ਛਾਪੇ ਵੀ ਮਾਰਦੇ ਨੇ, ਸਖਤਾਈ ਵੀ ਕੀਤੀ ਆ, ਉਹ ਕਹਿੰਦੇ ਵੀ ਜਿਹੜਾ ਖਜ਼ਾਨਾ ਗਾ ਖਾਸ ਕਰਕੇ ਜੇ ਅਸੀਂ ਸਰਕਾਰੀ ਬੱਸਾਂ ਦੀ ਗੱਲ ਕਰਦੇ ਆ ਅਸੀਂ ਤਾਂ ਆਮਦਨ ਵਧਾਤੀ ਬੜੀ। ਜਿੱਦਾਂ ਤੁਸੀਂ ਟਰਾਂਸਪੋਰਟ ਮੰਤਰੀ ਦੀ ਗੱਲ ਕੀਤੀ ਆ ਅਸੀਂ ਨਹੀਂ ਕਹਿੰਦੇ ਵੀ ਟਰਾਂਸਪੋਰਟ ਮੰਤਰੀ ਮਾੜਾ, ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਆ ਜਿਨ੍ਹਾਂ ਨੇ ਸਾਡਾ ਹਾਲ ਚਾਲ ਜਾਣਿਆ ਸਾਡਾ ਹੁਣ ਤੱਕ ਔਰ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਆ ਉਹ ਵਾਅਦੇ ਤੇ ਪੂਰੇ ਕਰਨ। ਸਾਨੂੰ ਭਰੋਸਾ ਦਿੱਤਾ ਸੀ ਵੀ ਸਾਰੇ ਬੰਦੇ ਮੈਂ ਪੱਕੇ ਕਰੂੰਗਾ। ਸਾਨੂੰ ਵੀ ਪਤਾ ਵੀ ਸਾਡੇ ਬੰਦੇ ਪੱਕੇ ਨਹੀਂ ਹੁੰਦੇ ਪਰ ਜਿਹੜੀ ਪਾਲਿਸੀ ਬਣਾਈ ਸੀ 3 ਸਾਲ ਵਾਲੀ ਕੀ ਬਾਦਲ ਸਰਕਾਰ ਉਦੋਂ ਬਣਾ ਕੇ ਗਈ ਸੀ। ਅਸੀਂ ਤੇ ਇਹੀ ਪੁੱਛਣਾ ਚਾਹੁੰਦੇ ਇਹਨਾਂ ਨੂੰ ਬਾਦਲ ਸਰਕਾਰ ਸੁਖਬੀਰ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਦੇ ਆ ਵੀ ਜਿਹੜੀ ਤੁਸੀਂ 2016 ਐਕਟ ਬਣਾ ਕੇ ਗਏ ਸੀ ਉਹ ਤੁਹਾਡੀ ਮਿਲੀ ਭੁਗਤ ਨਾਲ ਤਾਂ ਨਹੀਂ ਕਿਤੇ ਬਣਿਆ। ਤੁਸੀਂ ਬਣਾ ਕੇ ਗਏ ਕੈਪਟਨ ਸਾਹਿਬ ਨੇ ਆਉਣ ਸਾਰੀ ਰੱਦ ਕਰਤਾ ਜਿਹਦਾ ਸ਼ਿਕਾਰ ਸਾਡੇ ਮੁਲਾਜ਼ਮਾਂ ਨੂੰ ਹੋਣਾ ਪਿਆ ਅੱਜ ਤੱਕ। ਜਿਹੜੀ ਗੱਲ ਬਾਈ ਜੀ ਤੁਸੀਂ ਕਹਿ ਰਹੇ ਹੋ ਵੀ ਸਾਰੇ ਸਾਨੂੰ ਵੀ ਪਤਾ ਪੱਕੇ ਨਹੀਂ ਹੁੰਦੇ, ਜਦੋਂ ਤੁਸੀਂ ਧਰਨੇ ਦੇ ਵਿੱਚ ਬਹਿੰਦੇ ਹੋ ਜਿਹੜੇ ਆ ਮੁੱਛ-ਫੁੱਟ ਗੱਭਰੂ ਮੇਰੇ ਸਾਹਮਣੇ ਬੈਠੇ ਨੇ ਇਹਨਾਂ ਨੂੰ ਦੱਸ ਦਿਓ ਵੀ ਸਾਰੇ ਨਹੀਂ ਪੱਕੇ ਹੁੰਦੇ। ਸਾਰੇ ਐਦਾਂ ਨਹੀਂ ਪੱਕੇ ਹੁੰਦੇ ਜੀ, ਪਾਲਿਸੀ ਤਾਂ ਬਣਾਉਣ ਕੋਈ ਸਾਨੂੰ ਪਤਾ ਤਾਂ ਲੱਗੇ ਵੀ ਇਹ ਪਾਲਿਸੀ ਤੇ ਤਹਿਤ ਪੱਕੇ ਕਰ ਰਹੇ ਅਸੀਂ। ਇੱਕ ਪਾਲਿਸੀ ਬਣਾਉਂਦਾ 3 ਸਾਲ ਦੀ, ਦੂਜਾ ਬਣਾਉਂਦਾ 10 ਸਾਲ ਦੀ। ਰਾਜੇ ਵੜਿੰਗ ਨੂੰ ਮਿਲੇ ਹੋ? ਰਾਜੇ ਵੜਿੰਗ ਨਾਲ ਮਿਲੇ ਆ, ਸਾਡੇ ਡੀਪੂ ਚ ਆਉਂਦੇ ਰਹਿੰਦੇ ਆ, ਬਹੁਤ ਵਾਰੀ ਮਿਲੇ ਅਸੀਂ। ਕੀ ਕਿਹਾ? ਸਾਡੀ ਕਮੇਟੀ ਮਿਲਦੀ ਹੈ, ਸੂਬਾ ਪੱਧਰੀ ਕਮੇਟੀ ਵੀ ਮਿਲੀ ਆ। ਉਹਨਾਂ ਨੇ ਕੀ ਸਾਨੂੰ ਸਵਾਲ ਆ ਰਿਹਾ ਤਾਂ ਕੁਝ ਨਹੀਂ ਮਿਲਿਆ। ਸਾਰੇ ਬੰਦੇ ਪੱਕੇ ਹੋਣਗੇ, ਡਟ ਕੇ ਮਿਹਨਤ ਕਰੋ। ਜਿਹੜੇ ਹੁਣ ਕਹਿੰਦੇ ਆ ਵੀ ਸਾਡੀ ਮਿਹਨਤ ਜਿਹੜੀ ਇਨਕਮ ਵੱਧ ਗਈ ਆ ਉਹ ਕਿਹਨੇ ਵਧਾਈ ਆ? ਉਹ ਡਰਾਈਵਰਾਂ ਕਨੈਕਟਰਾਂ ਇਹਨਾਂ ਨੇ ਵਧਾਈ ਆ। ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਚੋਣ ਜਾਬਤਾ ਲੱਗਣ ਚ, ਉਮੀਦ ਹੈ ਕੋਈ? ਉਮੀਦ ਸਾਨੂੰ ਤਾਂ ਕੋਈ ਉਮੀਦ ਨਹੀਂ ਲੱਗਦੀ। ਸਵਾਲ ਆ ਰਿਹਾ ਸਾਡਾ ਕੰਮ ਆ ਸੰਘਰਸ਼ ਕਰਨਾ, ਸੰਘਰਸ਼ ਸਾਡਾ ਬਰਕਰਾਰ ਆ, ਕਰਦੇ ਰਵਾਂਗੇ ਜਦ ਤੱਕ ਸਾਡੇ ਸਰੀਰ 'ਚ ਸਾਹ ਨੇ ਉਦੋਂ ਤੱਕ ਲੜਾਂਗੇ। ਇੱਕ ਗੱਲ ਮੈਨੂੰ ਹੋਰ ਦੱਸੋ, ਇੱਕ ਬੜੀ ਚਰਚਾ ਇਹ ਚੱਲਦੀ ਆ ਸਰਕਾਰੀ ਬੱਸਾਂ ਵਾਲੇ ਕਹਿੰਦੇ ਆ ਵੀ ਪ੍ਰਾਈਵੇਟ ਬੱਸਾਂ ਵਾਲੇ ਬੜਾ ਧੱਕਾ ਕਰਦੇ ਆ, ਪ੍ਰਾਈਵੇਟ ਵਾਲੇ ਕਹਿੰਦੇ ਆ ਸਰਕਾਰੀ ਵਾਲੇ ਸਾਡੇ ਸ਼ੁਰੂ ਕਰਨ ਤੋਂ ਪਹਿਲਾਂ ਮੁਲਾਕਾਤ ਤੁਸੀਂ ਵੀ ਸਪੀਕਰ ਦੇ ਵਿੱਚ ਬੋਲ ਰਹੇ ਸੀਗੇ, ਕੀ ਮਾਮਲਾ ਗਾ? ਧੱਕਾ ਤਾਂ ਜੀ ਪਹਿਲਾਂ ਸਰਕਾਰਾਂ ਕਰਦੀਆਂ, ਵੱਡੇ ਘਰਾਣਿਆਂ ਦੀਆਂ ਬੱਸਾਂ ਨੇ। ਕੀ ਬਾਲ ਸਾਹਿਬ ਦੀਆਂ ਬੱਸਾਂ ਨਹੀਂ ਗਈਆਂ? ਸਾਰੀਆਂ ਮੰਤਰੀਆਂ ਦੀਆਂ ਬੱਸਾਂ ਨੇ ਇਹ। ਜਿਹੜਾ ਧੱਕਾ ਕਰਦੇ, ਧੱਕਾ ਤਾਂ ਪ੍ਰਾਈਵੇਟ ਵਾਲੇ ਸ਼ਰੇਆਮ ਸ਼ੁਰੂ ਤੋਂ ਹੀ ਕਰਦੇ ਆ। ਰਾਤ ਨੂੰ ਟਾਈਮ ਟੇਬਲ ਬਣਦੇ ਰਹੇ, ਕੀ ਬਾਲ ਸਰਕਾਰ ਵੇਲੇ ਟਾਈਮ ਟੇਬਲ ਨਹੀਂ ਬਣੇ। ਰਾਤ ਨੂੰ ਬਣਦਾ ਸੀ, ਸੁਬਾਹ ਲਾਗੂ ਹੋ ਜਾਂਦਾ ਸੀ। ਹੁਣ ਰਾਜੇ ਵੜਿੰਗ ਨੇ ਬਣਵਾਇਆ ਟਾਈਮ ਟੇਬਲ, ਉਹ ਕਿਹੜਾ ਫਿਰ ਚੱਲ ਗਿਆ? ਚੱਲਿਆ ਨਹੀਂ, ਉਹ ਚੱਲਿਆ ਨਹੀਂ, ਬਿਲਕੁਲ ਨਹੀਂ ਚੱਲਿਆ। 2 ਦਿਨ ਵੀ ਨਹੀਂ ਚੱਲਿਆ। ਦਾਵਾ ਫੋਕਾ ਉਹਨਾਂ ਦਾ, ਦਾਵਾ ਫੋਕਾ ਨਿਕਲਿਆ। ਵਰਕਰ ਮਰਨ ਨੂੰ ਤਿਆਰ ਆ, ਸੰਘਰਸ਼ ਲੜਨ ਨੂੰ ਤਿਆਰ ਆ। ਕਿੱਥੇ ਘਾਟ ਰਹੇਗੀ ਜਿਹੜਾ ਉਹਨਾਂ ਨੇ ਟਾਈਮ ਟੇਬਲ ਚੱਲਿਆ ਕਿਉਂ ਨਹੀਂ? ਹੁਣ ਇਹ ਸਰਕਾਰਾਂ ਨੂੰ ਪੁੱਛਿਆ ਜਾਵੇ। ਨਹੀਂ ਤੁਸੀਂ ਇੰਨੇ ਸਾਲਾਂ ਤੋਂ ਸਿਸਟਮ ਦੇ ਅੰਦਰ ਤੁਹਾਨੂੰ ਪਤਾ ਹੋਊ ਵੀ ਕੀ ਹੁੰਦਾਗਾ। ਕਾਰਡ ਸਾਰਾ ਜੀ ਮਿਲੀ ਭੁਗਤਾ ਸਰਕਾਰਾਂ ਦੀ, ਸਾਰੇ ਚਾਚੇ ਬਾਬੇ ਸਾਰੇ ਰਲੇ ਆ। ਠੀਕ ਹੈ ਨਾ? ਸਵਾਲ ਆ ਰਿਹਾ ਤਾਂ ਕੁਛ ਨਹੀਂ। ਸਰਕਾਰਾਂ ਨੇ ਹੁਣ ਤੱਕ ਕੀਤਾ ਕਿ 10 ਸਾਲ ਕਾਲੀ ਸਰਕਾਰ ਰਹੀ ਆ, ਕੀ ਦੇਗੀ? ਅਸੀਂ ਉਹਨਾਂ ਨੂੰ ਵੀ ਪੁੱਛਦੇ ਆ, ਜੇ 2016 ਐਕਟ ਬਣਾਇਆ ਸਾਨੂੰ ਵਾਰ-ਵਾਰ ਉਸ ਗੱਲ ਤੇ ਜਾਣਾ ਪੈਂਦਾ, ਉਹਨੂੰ ਕਿਉਂ ਰੱਦ ਕੀਤਾ ਕੈਪਟਨ ਸਰਕਾਰ ਨੇ? ਕੀ ਕਮੀ ਛੱਡ ਕੇ ਗਏ ਵੀ ਉਹ ਰੱਦ ਹੋ ਗਿਆ? ਇਹ ਵੀ ਬੜਾ ਚੱਲਦਾ ਹੈਗਾ ਵੀ ਇੱਥੇ ਕਰਪਸ਼ਨ ਬੜੀ ਆ, ਵੀ ਜੇ ਛੁੱਟੀ ਲੈਣੀ ਹੋਵੇ ਤਾਂ ਵੀ ਪੈਸੇ ਦੇਣੇ ਪੈਂਦੇ ਆ ਪਹਿਲਾਂ, ਤਾਂ ਵਾਲਿਆਂ ਨੂੰ ਫਿਰ ਛੁੱਟੀ ਮਿਲਦੀ ਹੈ। ਕਰਪਸ਼ਨ ਤਾਂ ਜੀ ਨਾ ਤਾਂ ਅੱਜ ਤੱਕ ਆਪਾਂ ਪੈਸਾ ਦਿੱਤਾ, ਨਾ ਹੀ ਦੇਣਾ, ਨਾ ਹੀ ਆਪਣੇ ਤੋਂ ਕਿਸੇ ਨੇ ਮੰਗਿਆ ਪੈਸਾ ਵੀ ਮੈਨੂੰ ਪੈਸੇ ਦੇ, ਮੈਂ ਤੁਹਾਨੂੰ ਉਸ ਰੂਟ ਤੇ ਪਾਉਂ, ਉਸ ਰੂਟ ਤੇ ਪਾਉਂ। ਹੁਣ ਮੈਂ ਇੱਥੇ ਇੰਟਰਵਿਊ ਦੇ ਵਿੱਚ ਕਹਿੰਦਾ ਜੀ ਮੇਰੇ ਤੋਂ ਤਾਂ ਪੈਸੇ ਮੰਗਦੇ ਸੀ, ਨਾ ਤਾਂ ਮੇਰੇ ਤੋਂ ਕਿਸੇ ਨੇ ਮੰਗਿਆ, ਚਾਹ ਦਾ ਕੱਪ ਨਹੀਂ ਅੱਜ ਤੱਕ ਕਿਸੇ ਨੇ ਮੰਗਿਆ। ਮੈਂ ਆਪਦੀ ਡਿਊਟੀ ਕੀਤੀ ਆ। ਬਾਕੀ ਜਿਹੜੇ ਡਰਾਈਵਰ ਕਨੈਕਟਰ ਉਹ ਸ਼ਿਕਾਇਤ ਕਰਦੇ ਆ ਇਹ ਜੀ ਕਿ ਨਹੀਂ? ਸਾਡੇ ਤਾਂ ਡਿਪੂ ਦੇ ਵਿੱਚ ਕਦੇ ਸ਼ਿਕਾਇਤ ਨਹੀਂ ਆਈ ਵੀ ਕੋਈ ਕਿਸੇ ਨੇ ਪੈਸੇ ਦੀ ਮੰਗ ਕੀਤੀ ਹੋਵੇ। ਸਾਡੇ ਜੀਐਮ ਨੇ ਸਾਨੂੰ ਕਿਹਾ ਹੋਵੇ ਮੈਨੂੰ ਪੈਸੇ ਦਿਓ। ਫਿਰ ਜਿਹੜਾ ਇਹ ਮਸਲਾ ਹੈ ਹੱਲ ਹੋ ਜਾਊਗਾ ਤੁਹਾਨੂੰ ਲੱਗਦਾ? ਮਸਲਾ ਤਾਂ ਸਰਕਾਰ ਤੇ ਡਿਪੈਂਡ ਹੈ ਜੀ। ਸਾਡਾ ਇੱਕ ਐਕਟ ਬਣਿਆ 1981 ਦੇ ਰੂਲ ਦੇ ਮੁਤਾਬਕ, ਸਾਡਾ ਮਹਿਕਮਾ ਆਪਦਾ ਕਰਦਾ, ਆਪਦਾ ਖਾਂਦਾ। ਸਰਕਾਰ ਦੇ ਉੱਤੇ ਕੋਈ ਬੋਝ ਨਹੀਂਗਾ। ਅਸੀਂ ਆਪਦਾ ਕਮਾਉਣੇ, ਆਪਦਾ ਹੀ ਖਾਂਦੇ ਆ। ਪੀਆਰਟੀਸੀ ਇੱਕ ਅਦਾਰਾ ਜਿਹੜਾ ਆਪਦਾ ਕਮਾ ਕੇ ਆਪਦਾ ਪਰਿਵਾਰ ਪਾਲਦੀ ਆ। ਆਪਦੇ ਸਾਡੇ ਵੱਲੋਂ ਕਿੰਨੇ ਪਰਿਵਾਰ ਪਾਲਦੀ ਇਹਦੇ ਤੇ। ਬੱਸਾਂ ਅਸੀਂ ਆਪ ਫ੍ਰੀ ਕਰਨੀਆਂ, ਸਾਡੇ ਸਟਾਫ ਨੇ ਫ੍ਰੀ ਕਰਨੀਆਂ, ਇਹ ਕਮਾਈ ਕਰਕੇ ਉਹਦਾ ਲੋਨ ਉਤਾਰਨਾ, ਫਿਰ ਸਾਡੀਆਂ ਮਹਿਕਮੇ ਦੀਆਂ ਹੋ ਜਾਂਦੀਆਂ, ਬੈਂਕ ਲੋਨ ਤੇ ਲੈਂਦੇ ਅਸੀਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਵੀ ਸਾਡਾ ਸਰਕਾਰ ਦੇ ਉੱਤੇ ਕੀ ਬੋਝ ਆ। ਹੁਣ ਤੁਹਾਡਾ ਇੰਨੇ ਦਿਨਾਂ ਤੋਂ ਧਰਨਾ ਚੱਲਦਾ, ਜਿਹੜੀ ਆਮ ਜਨਤਾ ਪਰੇਸ਼ਾਨ ਹੋ ਰਹੀ ਆ, ਅੱਜ ਤੱਕ ਸਾਡੀ ਮੀਟਿੰਗ ਵੀ ਨਹੀਂ ਸੱਦੀ ਸਰਕਾਰ ਨੇ ਇਸ ਧਰਨੇ ਦੀ। ਤੁਹਾਡੇ ਵੀ ਸਰਕਾਰ ਦਾ ਫਰਜ਼ ਬਣਦਾ, ਟਰਾਂਸਪੋਰਟ ਮੰਤਰੀ ਦਾ ਫਰਜ਼ ਬਣਦਾ ਇਹਨਾਂ ਨੂੰ ਸੱਦ ਕੇ ਸਾਡੀ ਕਮੇਟੀ ਨਾਲ ਗੱਲ ਕਰਨ ਵੀ ਕੀ ਦੁੱਖ ਤਕਲੀਫ ਹੈ, ਕੀ ਗੱਲ। ਜਿਹੜੇ ਲੋਕ ਇਹਨਾਂ ਕਹਿ ਰਹੇ ਆ ਵੀ ਬੱਸਾਂ ਪਾ ਰਹੇ ਆ, ਬੱਸਾਂ ਚਲਾਊ ਕੌਣ? ਚਲਾਉਣੀਆਂ ਤਾਂ ਵਰਕਰਾਂ ਨੇ। ਮੈਂ ਵੀ ਉਹਨਾਂ ਦਾ ਇੰਟਰਵਿਊ ਕੀਤਾ ਸੀ, ਉਹ ਕਹਿੰਦੇ ਸੀ ਵੀ ਬੱਸਾਂ ਪਾ ਰਹੇ ਆ ਅਸੀਂ, ਨਵੀਆਂ ਬੱਸਾਂ ਪਾਈਆਂ।
ਬੱਸਾਂ ਦਾ ਅਜੇ ਜੀ ਬਾਡੀ ਲੱਗ ਰਹੀ ਆ, ਕਹਿ ਰਹੇ ਆ ਬਾਡੀ ਲੱਗ ਰਹੀ, ਫੋਟੋਆਂ ਆ ਰਹੀਆਂ ਨੇ, ਉਹ ਤਾਂ ਗਰੁੱਪ 'ਚ ਵੇਚ ਛੱਡਦੇ ਆ। ਜੇ ਜਦੋਂ ਆਉਣੀ ਉਦੋਂ ਦੀ ਗੱਲ ਆ ਨਾ। ਅੱਜ ਤੱਕ ਵੇਖੋ ਵੀ ਅੱਜ ਕੀ ਹੋ ਰਿਹਾ। ਅੱਜ ਆਮਦਨ ਵਧੀ ਆ ਪੁਰਾਣੀਆਂ ਬੱਸਾਂ ਨੂੰ, ਉਹਨਾਂ ਨਾਲ ਇਹ ਵਰਕਰਾਂ ਨੇ ਵਧਾਈ ਆ ਨਾ। ਇੱਕ ਮੈਨੂੰ ਹੋਰ ਗੱਲ ਦਾ ਜਵਾਬ ਦਿਓ, ਆਪਣੀ ਗੱਲ ਰਹਿ ਗਈ। ਜਿਹੜੇ ਲੋਕ ਪਰੇਸ਼ਾਨ ਹੋ ਰਹੇ ਆ, ਤੁਹਾਡੇ ਵੀ ਸਾਕ ਸੰਬੰਧੀ ਆ, ਯਾਰ ਦੋਸਤ ਆ, ਉਹਨਾਂ ਦੇ ਘਰ ਰਿਸ਼ਤੇਦਾਰ ਆ, ਲੋਕ ਤਾਂ ਪਰੇਸ਼ਾਨ ਹੋ ਰਹੇ ਆ ਤੁਹਾਡੇ ਧਰਨੇ ਕਰਕੇ। ਅਸੀਂ ਉਹਨਾਂ ਤੋਂ ਮਾਫੀ ਮੰਗੀ, ਸਟੇਜ ਤੇ ਵੀ ਮਾਫੀ ਮੰਗੀ, ਅੱਜ ਵੀ ਤੁਹਾਡੇ ਚੈਨਲ ਰਾਹੀਂ ਵੀ ਮਾਫੀ ਮੰਗਦੇ ਆ ਵੀ ਇਹ ਸਰਕਾਰਾਂ ਜਿਹੜੀਆਂ ਲਾਰੇ ਲਾਉਂਦੀਆਂ, ਸਬਰ ਫ੍ਰੀ ਸਹੂਲਤਾਂ ਦਿੰਦੀਆਂ, ਲੇਡੀਜ਼ ਫ੍ਰੀ ਕੀਤੀਆਂ ਨੇ। ਲੇਡੀਜ਼ ਫ੍ਰੀ ਕੀਤੀਆਂ ਨੇ, ਅਸੀਂ ਸਵਾਗਤ ਕਰਦੇ ਆ ਸਰਕਾਰ ਨੂੰ ਵੀ, ਚਲੋ ਸਾਡੇ ਵੱਲੋਂ ਸਾਰੇ ਫ੍ਰੀ ਕਰ ਦੇਣ, ਸਾਨੂੰ ਕੋਈ ਇਸ ਗੱਲ ਨਾਲ ਨਹੀਂ। ਬੱਸਾਂ ਤਾਂ ਪੂਰੀਆਂ ਕਰਨਾ, ਇਹ ਜਨਤਾ ਦੀ ਲੜਾਈ ਲੜ ਰਹੇ ਆ ਅਸੀਂ, ਕੋਈ ਆਪਦੀ ਲੜਾਈ ਨਹੀਂ ਲੜ ਰਹੇ। ਨਵੀਆਂ ਬੱਸਾਂ ਦੀ ਮੰਗ ਕਰ ਰਹੇ ਆ, ਜਨਤਾ ਪਿੱਛੇ ਕਰ ਰਹੇ ਆ ਅਸੀਂ। ਸਾਡੀਆਂ ਕੀ ਦੋ ਮੰਗਾਂ ਨੇ ਵੀ ਕੰਟਰੈਕਟ ਵਾਲੇ ਜਿਹੜਾ 2016 ਐਕਟ ਬਣਾ ਕੇ ਗਏ ਸੀ, ਉਹ ਜਿਹੜੇ ਬੰਦਿਆਂ ਨੂੰ 5 ਸਾਲ ਹੋ ਗਏ ਆ, 3 ਸਾਲ ਦਾ ਸਾਡੇ ਨਾਲ ਕੀਤਾ ਸੀ ਐਗਰੀਮੈਂਟ, ਉਹ 5 ਸਾਲ ਹੋ ਗਏ, ਉਹਨਾਂ ਨੂੰ ਰੈਗੂਲਰ ਕਰ ਦਿਓ। 668 ਬੰਦੇ ਆ ਜੀ, ਉਹਨਾਂ ਨੂੰ ਰੈਗੂਲਰ ਕਰ ਦਿਓ, ਦੂਜਿਆਂ ਨੂੰ ਉਹਨਾਂ ਦੀ ਜਗ੍ਹਾ ਤੇ ਲਿਓ। ਮੰਗ ਤਾਂ ਵੱਡੀ ਸਾਡੀ ਇਹ ਆ, ਨਵੀਆਂ ਬੱਸਾਂ ਪਾ ਦਿਓ, ਹੋਰ ਸਾਡੀ ਕੋਈ ਨਿੱਜੀ ਲੜਾਈ ਤਾਂ ਹੈ ਨਹੀਂ। ਜੇ ਤੁਹਾਡੀ ਮੰਗ ਇਹ ਪੂਰੀ ਨਹੀਂ ਹੁੰਦੀ ਆਉਣ ਵਾਲੀਆਂ ਵੋਟਾਂ 'ਚ ਫਿਰ ਕੀ ਕਰੋਗੇ? ਅਸੀਂ ਤਾਂ ਸੰਘਰਸ਼ ਕਰਾਂਗੇ। ਸਾਡੇ ਸੰਘਰਸ਼ ਤੋਂ ਇਲਾਵਾ ਸਾਡੇ ਕੋਲ ਚਾਰਾ ਹੀ ਕੋਈ ਨਹੀਂ ਗਾ। ਅਸੀਂ ਤਾਂ ਇਹ ਵੀ ਐਲਾਨ ਕਰਤਾ ਵੀ ਜੇ ਸਾਨੂੰ ਆਤਮ ਸਮਰਪਣ ਕਰਨਾ ਪੈਂਦਾ ਮੈਂ ਕਰੂੰਗਾ, ਸਭ ਤੋਂ ਪਹਿਲਾਂ ਮੈਂ ਕਰੂੰਗਾ। ਹੋਰ ਕੀ ਲੱਗਦਾ ਹੈਗਾ? ਖਾਸ ਕਰਕੇ ਅਸੀਂ ਪਿਛਲੇ ਵਾਰ ਤੁਹਾਡੇ ਪ੍ਰਧਾਨ ਸਾਹਿਬ ਦਾ ਇੰਟਰਵਿਊ ਕੀਤਾ ਸੀਗਾ, ਉਹਨਾਂ ਨੂੰ ਵੀ ਮੈਂ ਸਵਾਲ ਕੀਤਾ ਸੀਗਾ, ਇਹ ਤਾਂ ਨਹੀਂ ਵੀ ਕਿਤੇ ਫੇਰ ਪੈਸੇ ਪੂਸੇ ਲੈ ਕੇ ਵੀ ਧਰਨੇ ਚੱਕੇ ਜਾਂਦੇ ਆ? ਨਹੀਂ, ਇਹ ਕਦੇ ਵੀ ਨਹੀਂ ਹੋ ਸਕਦਾ ਵੀ ਸਾਡੇ ਧਰਨੇ ਚੱਕੇ ਜਾਣ, ਸਾਡੀ ਜਥੇਬੰਦੀ ਵੇਖ ਜੇ। ਇਹ ਕਦੇ ਨਹੀਂ, ਇਹ ਸਭ ਗੱਲਾਂ ਜਨਤਾ ਦੇ ਵਿੱਚ ਹੀ ਆ, ਗਮਰਾਹ ਕਰਨ ਵਾਸਤੇ ਆ। ਇਹ ਪ੍ਰਚਾਰ ਜਿਹੜੇ ਦੂਜੀਆਂ ਜਥੇਬੰਦੀਆਂ ਨੇ ਉਹ ਕਰਦੀਆਂ ਹੁੰਦੀਆਂ, ਸ਼ੁਰੂ ਤੋਂ ਹੁੰਦਾ ਆਇਆ ਤਾਂ ਦੂਜੇ ਨੇ ਪੈਸੇ ਲੈ ਲਏ, ਦੂਜੇ ਨੇ। ਅਸੀਂ ਆਪਦਾ ਫੰਡ ਇਕੱਠਾ ਕਰਕੇ ਲਾਉਣੇ ਆ, ਨਾ ਕਿ ਕਿਸੇ ਤੋਂ ਅਸੀਂ ਕੋਈ ਰੁਪਈਆ ਲੈਨੇ ਆ। ਆਪਦਾ ਫੰਡ ਇਕੱਠਾ ਕੀਤਾ ਹੋਇਆ ਸਾਡਾ, ਹਰੇਕ ਵਰਕਰ ਨੂੰ ਅਸੀਂ ਫੰਡ ਲਾਉਣੇ ਆ, ਫੰਡ ਦੇ ਹਿਸਾਬ ਨਾਲ ਸਾਡੀ ਜਥੇਬੰਦੀ ਚੱਲਦੀ ਆ, ਕਿਸੇ ਤੋਂ ਅਸੀਂ ਫਾਲਤੂ ਰੁਪਈਆ ਨਹੀਂ ਮੰਗਦੇ। ਇਹ ਨਾ ਹੋਵੇ ਅੱਜ ਤੁਸੀਂ ਡਰਾਈਵਰ ਹੋ, ਬਿਲਕੁਲ ਹੀ ਨਹੀਂ। ਜੇ ਅੱਜ ਡਰਾਈਵਰ ਹੋ, ਕੱਲ ਨੂੰ ਕੋਈ ਲਾਇਸੈਂਸ ਮਿਲ ਜੇ, ਪਰਮਿਟ ਮਿਲ ਜੇ, ਮਾਲਕ ਬਣ ਜਾਓ ਬਸ। ਨਹੀਂ ਜੀ, ਨਹੀਂ, ਇਹ ਕਦੇ ਵੀ ਨਹੀਂ ਹੋ ਸਕਦਾ। ਮੈਂ ਇੰਨੇ ਪਰਿਵਾਰਾਂ ਨੂੰ ਧੋਖਾ ਦਊਂਗਾ ਤੇ ਮੈਂ ਸਾਰੀ ਉਮਰ ਦਾ ਗਦਾਰ ਘਵਾਉਂਗਾ। ਜੇ ਮੈਂ ਜ਼ਮੀਰ ਵੇਚੂ ਆਪਦੀ, ਮੈਂ ਗਦਾਰ ਘਵਾਉਂਗਾ ਸਦਾ ਵਾਸਤੇ। ਮੈਂ ਇਹਨਾਂ ਨੂੰ ਵਿਸ਼ਵਾਸ ਅੱਜ ਵੀ ਦਿੱਤਾ, ਹੁਣ ਵੀ ਵਿਸ਼ਵਾਸ ਤੁਹਾਡੇ ਮਾਧਿਅਮ ਨਾਲ ਹੀ ਦਿੰਦਾ ਵੀ ਜੇ ਮੈਨੂੰ ਜਾਨ ਕੁਰਬਾਨ ਕਰਨੀ ਪੈਂਦੀ ਤੁਹਾਡੇ ਸ਼ਿਕਾਰ ਤੇ, ਮੈਂ ਖੁਸ਼ ਨਸੀਬ ਮੰਨਦਾ ਆਪਦੇ ਆਪ ਨੂੰ ਵੀ ਮੈਂ ਯਾਰ ਇਹਨਾਂ ਦੇ ਜਾਨ ਕੁਰਬਾਨ ਕਰਕੇ ਇਹਨਾਂ ਦਾ ਰੋਜ਼ਗਾਰ ਪੱਕਾ ਕਰਾ ਸਕਦਾ, ਤੇ ਮੈਨੂੰ ਇਸ ਤੋਂ ਵਧੀਆ ਖੁਸ਼ੀ ਕੀ ਹੈ। ਜੇ ਪੰਜਾਬ ਦੀ ਹੋਰ ਆਪਾਂ ਗੱਲ ਕਰਦੇ ਆ, ਸਾਰੇ ਕਿਤੇ ਧਰਨੇ ਚੱਲ ਰਹੇ ਆ ਤੁਹਾਡੇ? ਸਾਰੇ ਲਾਰੇ ਲੱਪਿਆਂ ਨਹੀਂ ਚੱਲੀ ਜਾਂਦੇ ਨਾ। ਕਿਸੇ ਨੇ ਕੀਤਾ ਤਾਂ ਨਹੀਂ ਨਾ ਕੁਛ, ਕਿਸੇ ਡਿਪਾਰਟਮੈਂਟ ਦਾ ਵੀ ਦੱਸ ਦੇਣ ਸਾਨੂੰ ਇਹਦੇ ਕੀਤਾ, ਕਿਸੇ ਦਾ ਨਹੀਂ। ਸਿਰਫ ਫਲੈਸ਼ਬੋਰਡ ਤੇ ਲਾ ਛੱਡਿਆ ਇਹਨਾਂ ਨੇ ਵੀ ਫਲਾਣੇ ਡਿਪਾਰਟਮੈਂਟ 'ਚ ਇੰਨੇ ਕਰਤੇ ਜੀ, ਐਂ ਹੋ ਗਿਆ ਜੀ, ਐਂ ਹੋ ਗਿਆ ਜੀ, ਬਿੱਲ ਨਹੀਂ ਆਉਂਦਾ। ਜ਼ਮੀਨੀ ਪੱਧਰ ਤੇ ਜਾ ਕੇ ਤੁਸੀਂ ਵੇਖੋ ਕਿਹਦਾ ਕੀ ਕੁਛ ਹੋਇਆ। ਸਵਾਲ ਆ ਰਿਹਾ ਤਾਂ ਕੁਛ ਨਹੀਂ ਮਿਲਿਆ। ਹੋਰ ਕਿਸੇ ਤੋਂ ਉਮੀਦ ਹੈਗੀ ਹੈ ਪੰਜਾਬ ਦੇ ਵਿੱਚ? ਹੋਰ ਵੀ ਬੜੀਆਂ ਪਾਰਟੀਆਂ? ਉਮੀਦਾਂ ਤਾਂ ਸਾਨੂੰ ਬਹੁਤ ਸੀ ਜੀ, ਜਿੱਦੇ ਰਾਜਾ ਮੰਤਰੀ ਬਣੇ ਨੇ, ਟਰਾਂਸਪੋਰਟ ਮੰਤਰੀ ਬਣਿਆ, ਸਾਨੂੰ ਉਮੀਦਾਂ ਹੁਣ ਵੀ ਨੇ ਇਹਨਾਂ ਤੋਂ ਵੀ ਜੇ ਸ਼ਾਇਦ ਹੱਲ ਕਰ ਦੇਣ। ਉਮੀਦਾਂ ਬਹੁਤ ਨੇ। ਪਹਿਲਾਂ ਟਰਾਂਸਪੋਰਟ ਮੰਤਰੀ ਰਹੇ ਆ, ਇਹਨਾਂ ਨੇ ਕਿਸੇ ਨੇ ਸਾਡਾ ਹਾਲ ਨਹੀਂ ਜਾਣਿਆ। ਸਾਨੂੰ ਖੁਸ਼ੀ ਹੋਈ ਜਦੋਂ ਚੰਡੀਗੜ੍ਹ ਸਾਡਾ ਪ੍ਰਾਈਵੇਟ ਆਣਾ ਜੁਝਾਰ ਵਾਲਿਆਂ ਨਾਲ ਝਗੜਾ ਹੋਇਆ, ਉੱਥੇ ਪਹੁੰਚੇ। ਅਸੀਂ ਉਹ ਇਹ ਗੱਲ ਦਾ ਸਵਾਗਤ ਅੱਜ ਵੀ ਕਰਦੇ ਆ ਵੀ ਇਹਨਾਂ ਨੇ ਕਿਹਾ ਵੀ ਮੇਰਾ ਡਰਾਈਵਰ, ਮੇਰਾ ਕਨੈਕਟਰ, ਸਾਡਾ ਅੰਦਰ ਸਕੂਨ ਮਿਲਿਆ ਸਾਨੂੰ ਵੀ ਯਾਰ ਸਾਨੂੰ ਇੱਕ ਮੰਤਰੀ ਨੇ ਆਪਦਾ ਤਾਂ ਸਮਝਿਆ ਨਾ, ਦੁੱਖ ਦਰਦ ਸਾਡਾ ਸਮਝਿਆ ਨਾ। ਅਸੀਂ ਰਾਜਾ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਕੋਈ ਐਡੀ ਸਾਡੀ ਵੱਡੀ ਮੰਗ ਨਹੀਂ ਗੀ। ਅਸੀਂ ਕੋਈ ਪਾਕਿਸਤਾਨ ਦੇ ਵਸਨੀਕ ਨਹੀਂ, ਅਸੀਂ ਤੁਹਾਡੇ ਪੰਜਾਬ ਦੇ ਵਸਨੀਕ ਆ ਵੀ ਸਾਡੀ ਇਹ ਮੰਗ ਨੂੰ ਪੂਰਾ ਕੀਤਾ ਜਾਵੇ। ਕੋਈ ਐਡੀ ਵੱਡੀ ਮੰਗ ਨਹੀਂ। ਜਿਹੜੇ 668 ਕਰਮਚਾਰੀ ਨੇ ਸਾਡੇ PRTC ਦੇ ਜਾਂ ਪਣਬੱਸ ਵਿੱਚ ਕੰਮ ਕਰ ਰਹੇ ਨੇ, ਜਿੰਨੇ ਕੁ ਵਰਕਰ ਨੇ, ਉਹਨਾਂ ਨੂੰ ਪੱਕਾ ਕੀਤਾ ਜਾਵੇ, ਦੂਜਿਆਂ ਨੂੰ ਮਹਿਕਮੇ ਅੰਡਰ ਕੀਤਾ ਜਾਵੇ। ਜਿਹਦੇ ਵਿੱਚ ਤੁਹਾਨੂੰ ਵੀ ਪਤਾ ਵੀ 2500 ਰੁਪਇਆ ਸਿੱਧਾ ਮਹਿਕਮੇ ਨੂੰ, ਜੇ ਮਹਿਕਮੇ ਅੰਡਰ ਲੈਂਦਾ ਨਾ, ਉਹਦੇ ਵਿੱਚ 2500 ਰੁਪਇਆ ਮਹਿਕਮੇ ਨੂੰ ਸਿੱਧਾ ਹੀ ਪ੍ਰੋਫਿਟ ਆ। ਠੇਕੇਦਾਰ ਲੁੱਟ ਖਸੁੱਟ ਕਰ ਰਿਹਾ, ਇੰਨੇ ਚਿਰਾਂ ਤੋਂ ਕਰ ਰਿਹਾ। 2008 ਦੀ ਭਰਤੀ ਸੀ ਮੇਰੀ ਜੀ, ਹੁਣ ਤੱਕ ਸਾਡੇ ਐ ਨਹੀਂ ਕਿਸੇ ਦੀ ਹਿੰਮਤ ਪੈਂਦੀ ਹਾਂ ਬਾਈ ਮੇਰੇ ਕਿਉਂ ਕੱਟੇ ਗਏ, ਆ ਪੈਸੇ ਕਾਹਦੇ ਕੱਟੇ ਗਏ, 400 ਕੱਟਿਆ ਤਾਂ ਕੋਈ ਨਹੀਂ, 500 ਕੱਟ ਲਿਆ ਤਾਂ ਕੋਈ ਨਹੀਂ। ਕਾਹਦੇ ਕੱਟੇ ਜਾਂਦੇ ਆ? ਠੱਗੀਆਂ ਠੋਰੀਆਂ ਦੇ ਕੱਟੇ ਜਾਂਦੇ ਆ। ਸਾਡੇ ਕਹਿ ਦਿੰਦੇ ਵੀ ਤੈਨੂੰ ਰਿਕਵਰੀ ਪਾਤੀ ਜੀ, ਤੈਨੂੰ ਐਂ ਕਰਤਾ ਜੀ, ਐਂ ਕਰਤਾ ਜੀ। ਰਿਕਵਰੀ ਕਾਹਦੀ ਬਣਦੀ ਆ? ਤੁਸੀਂ ਕਦੇ ਸਵਾਲ ਨਹੀਂ ਕਰਿਆ? ਸਵਾਲ ਕੀਤੇ ਆ, ਬਥੇਰੇ ਮੁੱਦੇ ਉਠਾਏ ਅਸੀਂ। ਜੋ ਪੁੱਛ ਲਿਆ ਉਹ ਕਹਿੰਦੇ ਸੌਰੀ ਮਿਸਟੇਕ ਹੋ ਗਈ। ਕੀ ਕਰੋਗੇ ਉਹਦਾ? ਠੇਕੇਦਾਰ ਦਾ ਕੀ ਕਰ ਸਕਦੇ ਆ? ਜੇ ਡਿਪਾਰਟਮੈਂਟ ਦਾ ਬੰਦਾ ਹੋਊਗਾ, ਡਿਪਾਰਟਮੈਂਟ ਨੂੰ ਪੁੱਛ ਸਕਦੇ ਅਸੀਂ। ਜਿਹੜੇ ਬੰਦੇ ਠੇਕੇਦਾਰ ਹੋਣੇ ਅਸੀਂ ਡਿਪਾਰਟਮੈਂਟ ਦੇ ਆ, ਸਾਡਾ ਇੱਕ ਚੀਜ਼ ਦਾ ਰਿਕਾਰਡ ਆ। ਇਹ ਕਹਿੰਦੇ ਜਿਵੇਂ ਹੁਣ ਕਹਿ ਦਿੰਦੇ ਆ ਵੀ ਸਾਡੇ ਐਡਵਾਂਸ ਬੁੱਕਰ ਆ, ਜਿਹੜੇ ਮੰਨ ਲਓ ਐਡਵਾਂਸ ਬੁੱਕਰਾਂ ਦੀ ਆਪਾਂ ਗੱਲ ਕਰਦੇ ਆ ਵੀ ਇਹ ਸਾਡੇ ਬੰਦੇ ਨਹੀਂ। ਕਿ 15-15 ਸਾਲ ਇਹਨਾਂ ਦੀਆਂ ਨੌਕਰੀਆਂ ਹੋ ਚੱਲੀਆਂ ਸਰਵਿਸ ਕਰਦਿਆਂ ਨੂੰ,
ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਕੇ ਸਰਕਾਰਾਂ, ਪਹਿਲਾਂ ਅਕਾਲੀ ਸਰਕਾਰ ਕਰ ਗਈ, ਹੁਣ ਇਹ ਕਰ ਗਏ। ਕੀ ਉਹ ਮਹਿਕਮੇ ਦੇ ਬੰਦੇ ਨਹੀਂ? ਉਹ ਰੱਖੇ ਕਿਉਂ? ਕਿ ਸਿੱਧੇ ਰੱਖ ਲਏ, ਵੈਸੇ ਹੀ ਰੱਖ ਲਿਓ। ਹੁਣ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸਾਡੇ ਬੰਦੇ ਨਹੀਂ, ਉਹਨਾਂ ਨੂੰ ਜਵਾਬ ਦੇਤਾ। ਕਿਸ ਬੇਸ ਤੇ ਜਵਾਬ ਦਿੱਤਾ? 15 ਸਾਲ ਲਵਾ ਕੇ ਉਹਨਾਂ ਤੋਂ ਅੱਜ ਉਹਨਾਂ ਨੂੰ ਕਹਿੰਦੇ ਸਾਡੇ ਬੰਦੇ ਨਹੀਂ, ਸਾਡੇ ਕੋਲ ਪੋਸਟ ਨਹੀਂ। ਇੱਥੋਂ ਤੱਕ ਵੀ ਕਿਹਾ ਸਾਡੇ ਕੋਲ ਪੋਸਟ ਹੀ ਨਹੀਂ ਹੈ। ਜਦੋਂ ਪੋਸਟ ਨਹੀਂ ਮਹਿਕਮੇ ਕੋਲੇ, ਇਹਨਾਂ ਤੋਂ ਕੰਮ ਕਿਉਂ ਕਰਾਇਆ? ਮੈਨੂੰ ਇੱਕ ਗੱਲ ਦੱਸੋ ਬਾਈ, ਜਿੰਨੇ ਵੀ ਸਾਰੇ ਵੀਰ ਭਰਾ ਤੁਹਾਡੇ ਬੈਠੇ ਨੇ, ਬੜਿਆਂ ਦਾ ਕੋਈ ਆਰਥਿਕ ਪੱਧਰ ਕਿਸੇ ਦਾ ਕੋਈ ਉੱਚਾ ਵੀ ਹੋਊ, ਕੋਈ ਮਿਡਲ ਕਲਾਸ ਫੈਮਿਲੀ ਤੋਂ ਹੋਊ, ਕੋਈ ਗਰੀਬੀ ਰੇਖਾ ਤੋਂ ਥੱਲੇ ਵੀ ਹੋਊਗਾ। ਤੁਹਾਡੇ ਕੋਲੇ ਆਉਂਦੇ ਨੇ ਖਾਸ ਕਰਕੇ ਨੌਜਵਾਨਾਂ ਦੇ ਵਿੱਚੋਂ ਵੀ ਸਾਡੇ ਦਾ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲਦਾ, ਜਾਂ ਆਏ ਆ ਧਰਨੇ ਤੇ ਬੈਠੇ, ਹੁਣ ਕਿਵੇਂ ਕਰਾਂਗੇ, ਕੀ ਬਣੂਗਾ ਅੱਗੇ? ਇਸ ਮਾਧਿਅਮ ਰਾਹੀਂ ਮੈਂ ਰਾਜਾ ਜੀ ਨੂੰ ਇਹੀ ਬੇਨਤੀ ਕਰਦਾ, ਚੰਨੀ ਸਾਹਿਬ ਨੂੰ, ਸਿੱਧੂ ਸਾਹਿਬ ਨੂੰ ਇਹੀ ਬੇਨਤੀ ਕਰਦਾ ਵੀ ਸਾਡਾ, ਤੁਸੀਂ ਐ ਨਾ ਸੋਚੋ ਵੀ ਚੰਗੇ ਘਰਾਂ ਦੇ ਮੁੰਡੇ ਆ ਇਹ। ਸਾਡਾ ਰੁਜ਼ਗਾਰ ਵੀ ਕਈਆਂ ਦਾ ਬੰਦਿਆਂ ਦਾ ਰੁਜ਼ਗਾਰ ਹੀ ਇਹਦੇ ਸਿਰ ਤੇ ਆ। 101% ਸਾਡਾ ਬੰਦਿਆਂ ਦਾ ਰੁਜ਼ਗਾਰ ਹੀ। ਐਡੇ ਅਸੀਂ ਸਰਦੇ ਹੋਈਏ ਘਰਾਂ ਤੋਂ, ਫਿਰ ਆਪਦੇ ਘਰੇ ਬਈਏ, ਅਸੀਂ ਜ਼ਮੀਨ ਵਾਲੀਏ ਜੇ ਸਾਡੇ ਕੋਲ ਜ਼ਮੀਨ ਜਾਇਦਾਦ ਹੋਵੇ। ਸਾਡਾ ਰੁਜ਼ਗਾਰ ਹੀ ਇਹ ਆ, ਇਹ ਸਾਡਾ ਮਾਂ, ਇਹ ਸਾਡਾ ਪਿਓ, ਸਾਡਾ ਸਾਰਾ ਕੁਝ ਇਹ। ਕੱਲ ਵੀ ਮੈਨੂੰ ਇੱਕ ਮੁੰਡੇ ਦਾ ਇੱਥੋਂ ਹੀ ਤੁਹਾਡੇ ਡੀਪੂ ਚੋਂ ਫੋਨ ਆਇਆ ਸੀ, ਰੋਣ ਲੱਗ ਗਿਆ। ਉਹ ਕਹਿੰਦਾ ਮੇਰਾ ਕੁਝ ਵੀ ਨਹੀਂ। ਬਿਲਕੁਲ 101% ਸੱਚ ਹੈ ਇਸ ਗੱਲ। ਜਿਨ੍ਹਾਂ ਦਾ ਰੁਜ਼ਗਾਰ ਹੀ ਇਹ ਹੈ, ਇਹ ਹੀ ਖਾਣਾ, ਇਹ ਹੀ ਕਮਾਉਣਾ। ਪਹਿਲਾਂ ਅਸੀਂ 10,000 ਤੇ, ਇਸ ਤੋਂ ਪਹਿਲਾਂ ਤੁਹਾਨੂੰ ਮੈਂ ਪਿੱਛੇ ਲਿਜਾਣਾ ਚਾਹੁੰਦਾ ਥੋੜਾ ਜਿਹਾ। ਜਦੋਂ ਮੈਂ ਭਰਤੀ ਹੋਇਆ ਸੀ 2008 ਚ, ਉਦੋਂ ਸਾਨੂੰ ਕੀ ਸੈਲਰੀ ਮਿਲਦੀ ਸੀ? 69 ਪੈਸੇ ਕਨੈਕਟਰ ਨੂੰ, 69 ਪੈਸੇ ਡਰਾਈਵਰ ਨੂੰ। ਪੈਸਿਆਂ ਨਾਲ ਸਾਡੀ ਇਹ ਵੱਧਦੀ ਹੁੰਦੀ ਸੀ ਸੈਲਰੀ। ਕਿਲੋਮੀਟਰ ਕਰਦੇ ਨੇ ਤੇ ਸਾਨੂੰ ਸੈਲਰੀ ਮਿਲ ਜਾਣੀ, ਜੇ ਰੈਸਟ ਮਾਰਨੇ ਉਹ ਤਾਂ ਸਾਨੂੰ ਕੁਝ ਹੀ ਨਹੀਂ ਸੀ ਮਿਲਦਾ। ਸਾਡੇ ਜਥੇਬੰਦੀ ਨੇ ਸੰਘਰਸ਼ ਲੜਿਆ, ਸਾਡੀ ਫਿਕਸ ਤਨਖਾਹ ਹੋਈ। ਹੌਲੀ ਹੌਲੀ ਅੱਜ ਅਸੀਂ 8-9 ਹਜ਼ਾਰ ਤੇ ਪਹੁੰਚੇ ਆ। ਮੈਂ ਇੱਕ ਸਵਾਲ ਜਾਂਦੇ ਜਾਂਦੇ ਲਾਸਟ ਸਵਾਲ ਲੈਣਾ ਚਾਹੂੰਗਾ। ਜਿਵੇਂ ਹੁਣ ਤੁਸੀਂ ਧਰਨਾ ਲਾਇਆ ਵਾਗਾ, ਜੇ ਮਸਲਾ ਤੁਹਾਡਾ 1-2 ਦਿਨਾਂ 'ਚ ਨਹੀਂ ਹੱਲ ਹੁੰਦਾ, ਜਿਵੇਂ ਕੱਲ ਨੂੰ ਵੀ ਕੈਬਨਿਟ ਮੀਟਿੰਗ ਆ, ਜੇ ਮਸਲਾ ਨਹੀਂ ਹੱਲ ਹੁੰਦਾ, ਸੰਘਰਸ਼ ਤਿੱਖਾ ਕਰੋਗੇ? ਤਿੱਖਾ, ਬਿਲਕੁਲ ਤਿੱਖਾ ਕਰਾਂਗੇ ਜੀ। ਸਾਨੂੰ ਉਮੀਦ ਬਹੁਤ ਆ ਰਾਜਾ ਜੀ ਦੀ, ਬਹੁਤ। ਦਿਲਾਂ ਦਾ ਰਾਜਾ, ਜਿਸ ਤਰ੍ਹਾਂ ਉਹਨੇ ਧੁੰਮ ਪਾਈ ਆ, ਹੁਣ ਸਾਰ ਟਰਾਂਸਪੋਰਟ ਮੰਤਰੀ ਨੇ ਸਾਨੂੰ ਆਪਦੇ ਸਮਝਿਆ। ਅਸੀਂ ਆਸ ਕਰਦੇ ਹਾਂ ਤੁਹਾਡੇ ਵਾਸਤੇ, ਉਹਨਾਂ ਨੂੰ ਵਾਰ-ਵਾਰ ਬੇਨਤੀ ਕਰਦੇ ਹਾਂ ਵੀ ਰਾਜਾ ਜੀ ਸਾਡੀ ਸੁਣੋ, ਕੋਈ ਸਾਡੀ ਜਾਇਜ਼ ਮੰਗ ਆ, ਕੋਈ ਨਜਾਇਜ਼ ਨਹੀਂ। ਜਿੱਥੇ ਅਸੀਂ ਨਜਾਇਜ਼ ਹੋਏ, ਅਸੀਂ ਕਦੇ ਵੀ ਨਹੀਂ, ਯਾਨੀ ਕਿ ਕਿਸੇ ਗੱਲ ਤੋਂ ਨਹੀਂ ਭੱਜੇ ਅੱਜ ਤੱਕ। ਅਸੀਂ ਤੁਹਾਡੇ ਨਾਲ ਖੜੇ ਆ, ਸਰਕਾਰ ਦੇ ਨਾਲ ਖੜੇ ਆ ਅੱਜ ਤੱਕ ਜੀ। ਜਿਹੜਾ ਮੁਲਾਜ਼ਮ ਵਰਗ ਹੁੰਦਾ ਹਮੇਸ਼ਾ ਸਰਕਾਰ ਦੇ ਨਾਲ ਖੜਾ ਹੁੰਦਾ, ਉਹ ਮੌਜੂਦਾ ਸਰਕਾਰ ਨਾਲ ਖੜਾ ਹੁੰਦਾ। ਸਰਕਾਰ ਨੂੰ ਵੀ ਸਾਡੇ ਬਾਰੇ ਸੋਚਣਾ ਚਾਹੀਦਾ ਵੀ ਇਹਨਾਂ ਦਾ ਨਿਰਭਰ ਰੁਜ਼ਗਾਰ ਹੀ ਇਹ ਆ। ਮੰਨ ਲਓ ਸਾਨੂੰ ਅੱਜ ਸਰਕਾਰ ਕੱਢ ਦਿੰਦੀ ਆ, ਸਾਡੇ ਕੋਲ ਕੀ ਰੁਜ਼ਗਾਰ ਆ? ਡਰਾਈਵਰ ਤਾਂ ਡਰਾਈਵਰੀ ਕਰ ਲੂ, ਕਨੈਕਟਰ ਕੀ ਕਰੂਗਾ? ਡਰਾਈਵਰ ਤਾਂ ਚੱਲ ਪ੍ਰਾਈਵੇਟ ਚਲਾ ਲੂਗਾ। 14 ਸਾਲ ਮੈਂ ਪਹਿਲਾਂ ਪ੍ਰਾਈਵੇਟ ਚਲਾਈ ਆ, ਔਰਬਿਟ ਚਲਾਉਂਦਾ ਰਿਹਾ ਮੈਂ 14 ਸਾਲ ਪਹਿਲਾਂ ਮੈਂ ਚਲਾਈ ਆ ਇਹ। 2008 ਚ ਮੈਂ ਇੱਧਰ ਭਰਤੀ ਹੋਇਆ ਸੀ। ਕਨੈਕਟਰ ਵਿਚਾਰਾ ਕੀ ਕਰੂਗਾ? ਡਰਾਈਵਰ ਤਾਂ ਡਰਾਈਵਰੀ ਕਰ ਲੂ, ਕਨੈਕਟਰ ਕੀ ਕਰੂਗਾ? ਇੱਕ ਅੱਧਾ ਮੁਲਾਜ਼ਮ ਨਹੀਂ, 7000 ਮੁਲਾਜ਼ਮ ਆ। 7000 ਮੁਲਾਜ਼ਮ ਕਿੱਡੀ ਕੁ ਵੱਡੀ ਗੱਲ ਹੈ ਨਾ। ਕੱਚੇ ਮੁਲਾਜ਼ਮ 7000, ਕੱਚਾ ਮੁਲਾਜ਼ਮ ਦੋਨਾਂ ਡਿਪਾਰਟਮੈਂਟ, PRTC ਪੰਜਾਬ ਰੋਡਵੇਜ਼ ਦੇ ਵਿੱਚ, ਪਣ ਬੱਸ ਦੇ ਵਿੱਚ ਜੀ। ਹੋਰ ਕੁਝ ਕਹਿਣਾ ਚਾਹੋਗੇ ਜਾਂਦੇ ਜਾਂਦੇ ਮੁੱਖ ਮੰਤਰੀ ਸਾਹਿਬ ਨੂੰ? ਅਸੀਂ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ ਨੂੰ ਕਹਿੰਦੇ ਆ ਵੀ ਚੰਨੀ ਸਾਹਿਬ ਵੇਖੋ, ਸਾਡੇ ਲਈ ਧਿਆਨ ਕਰੋ। ਅਸੀਂ ਗਰੀਬ ਪਰਿਵਾਰਾਂ ਵਾਲੇ ਆ ਜੀ, ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੇ ਆ। ਤੁਸੀਂ ਸਾਡੇ ਮਸੀਹਾ ਬਣ ਕੇ ਆਏ ਜੋ, ਮਸੀਹਾ ਬਣ ਕੇ ਸਾਡੀ ਖਬਰ ਲਓ ਵੀ ਇਹ ਵਾਕਿਆ ਹੀ ਮਿਡਲ ਕਲਾਸ ਦੇ ਬੰਦੇ ਆ। ਇਹਨਾਂ ਦੀ ਗੱਲ ਦੀ ਸਾਰ ਪਹੁੰਚੀ। ਰਾਜਾ ਸਾਹਿਬ ਨੂੰ ਵੀ ਬੇਨਤੀ ਕਰਦੇ, ਸਿੱਧੂ ਸਾਹਿਬ ਨੂੰ ਵੀ ਸਾਡਾ ਕੋਈ ਐਡਾ ਵੱਡਾ ਮੁੱਦਾ ਨਹੀਂ, ਇਹਨੂੰ ਪਲੀਜ਼ ਹੱਲ ਕੀਤਾ ਜਾਵੇ ਜੀ। ਗੁਰਵਿੰਦਰ ਜੀ ਧੰਨਵਾਦ। ਧੰਨਵਾਦ ਜੀ। ਸੋ ਇਹ ਸੀ ਗੁਰਵਿੰਦਰ ਸਿੰਘ। ਕੱਚੇ ਮੁਲਾਜ਼ਮਾਂ ਦੀ ਇੱਕ ਆਪਣੀ ਅਰਜ਼ੋਈ ਆ। ਜੇ ਅਸੀਂ ਪੰਜਾਬ ਦੀ, ਜਿਵੇਂ ਪਹਿਲਾਂ ਹੀ ਭੂਮਿਕਾ ਦੇ ਵਿੱਚ ਮੈਂ ਦੱਸਿਆ, ਪੰਜਾਬ ਦੇ ਵਿੱਚ ਇਕੱਲੇ ਇਹ ਨਹੀਂ ਕੱਚੇ ਮੁਲਾਜ਼ਮ। ਜੇ ਆਪਾਂ ਗੱਲ ਕਰਦੇ ਹਾਂ PRTC ਜਾਂ ਸਰਕਾਰੀ ਬੱਸਾਂ ਦੀ, ਹੋਰ ਵੀ ਬੜੇ ਮਹਿਕਮਿਆਂ ਦੇ ਵਿੱਚ ਕੱਚੇ ਮੁਲਾਜ਼ਮ ਨੇ। ਕਈ ਟੈਂਕੀਆਂ ਦੇ ਉੱਤੇ ਬੈਠੇ ਨੇ, ਕਈ ਮਾਸਟਰ ਨੇ, ਕਈ ਮਾਸਟਰ ਹੋਣ ਨੂੰ ਤਿਆਰ ਨੇ ਵੀ ਸਾਨੂੰ ਲਾ ਲਓ ਮਾਸਟਰ, ਪਰ ਸਰਕਾਰ ਰੱਖ ਨਹੀਂ ਰਹੀ। ਬੜੀਆਂ ਸਾਰੀਆਂ ਦਿੱਕਤਾਂ ਆਈਆਂ ਜੇ ਅਸੀਂ ਗਰਾਊਂਡ ਜ਼ੀਰੋ ਦੀ ਗੱਲ ਕਰਦੇ ਹਾਂ। ਪਰ ਇਹ ਦਿੱਕਤਾਂ ਦਾ ਹੱਲ ਕਿਹਨੇ ਕਰਨਾਗਾ? ਇਹ ਦਿੱਕਤਾਂ ਦਾ ਹੱਲ ਉਹਨਾਂ ਹੀ ਲੋਕਾਂ ਨੇ ਕਰਨਾਗਾ ਜਿਨ੍ਹਾਂ ਨੂੰ ਅਸੀਂ ਤਖਤਾਂ ਤਾਜਾਂ ਦੇ ਉੱਤੇ ਬਿਠਾਉਣੇ ਆ। ਪਰ ਕੀ ਇਹ ਹੱਲ ਹੋਣਗੇ? ਚੋਣ ਜ਼ਾਬਤੇ ਦੀ ਜੇ ਗੱਲ ਹੁੰਦੀ ਆ, ਥੋੜਾ ਹੀ ਸਮਾਂ ਰਹਿ ਗਿਆ। ਆਉਣ ਵਾਲੇ ਵਕਤ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾਗਾ। ਅੱਗੇ ਫਿਰ ਹਾਜ਼ਰ ਹੋਵਾਂਗੇ ਗਰਾਊਂਡ ਜ਼ੀਰੋ ਤੋਂ ਹੋਰ ਕੋਈ ਮੁਲਾਕਾਤ ਲੈ ਕੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।